ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰ ਬਿਨ ਮੁਕਤ ਨਾ ਪਾਵੈ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵੋ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ, ਆਪ ਜੀ ਪਰਮ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਨ੍ਹਾਂ ਦੀ ਪਵਿੱਤਰ ਸ਼ੋਭਾ ਦੇ ਵਿੱਚ ਪਾਵਨ ਬਚਨ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਐਸੀਆਂ ਮਹਾਨ ਬਰਕਤਾਂ ਦੇ ਸਤਿਗੁਰੂ ਉਹਨਾਂ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਆਪ ਜੀ ਦਰਸ਼ਨ ਪਰਸਦਿਆਂ ਹੋਇਆਂ ਜੁਗੋ ਜੁਗ ਅਟਾਲ ਸ਼ਬਦ ਗੁਰੂ ਚਵਰ ਛਤਰ ਤਖ਼ਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੋ ਪਾਵਨ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਧੁਰ ਕੀ ਅਕਾਲੀ ਬਾਣੀ ਸ੍ਰੀ ਆਸਾ ਕੀ ਵਾਰ ਦੇ ਆਪ ਮਨੋਹਰ ਕੀਰਤਨ ਸਰਵਣ ਕਰ ਰਹੇ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਦੇ ਹੈ, ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਕੀਰਤਨ ਦੀ ਮਹਿਮਾ ਦ੍ਰਿੜ ਕਰਾਉਂਦੇ ਹੈ, ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਕੀਰਤਨ ਕਰਨ ਵਾਲਿਆਂ ਨੂੰ ਵੀ ਮਾਣ ਦਿੰਦੇ ਆ, ਬਚਨ ਕਰਦੇ ਆ, ਭਲੋ ਭਲੋ ਰੇ ਕੀਰਤਨੀਆਂ। ਕਿਉਂਕਿ ਸਾਡੇ ਜੀਵਨ ਦਾ ਮਨੋਰਥ ਹੀ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਕੀਰਤੀ ਕਰਕੇ, ਮਾਲਕ ਦੇ ਗੁਣ ਗਾ ਕੇ ਅਸੀਂ ਆਪਣੇ ਇਸ ਬੇਸ਼ਕੀਮਤੀ ਜੀਵਨ ਨੂੰ ਸਫਲਾ ਕਰਨਾ ਹੈ। ਸਤਿਗੁਰੂ ਜੀ ਰਹਿਮਤ ਕਰਦੇ ਹੈ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਸੋ ਆਪ ਭਾਗਾਂ ਵਾਲੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਧੁਰ ਕੀ ਬਾਣੀ ਦਾ ਆਨੰਦ ਮਾਣ ਰਹੇ ਹੋ। ਆਪ ਜੀ ਨੇ ਇਸ ਪਾਵਨ ਪਵਿੱਤਰ ਸਥਾਨ ਦੇ ਹੈਡਕੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੋਰਾਂ ਪਾਸੋਂ ਲੜੀਵਾਰ ਚੱਲ ਰਹੀ ਕਥਾ ਵਿਚਾਰ ਉਸ ਦੇ ਮੂਲ ਪਾਠ ਆਪਨੇ ਸਰਵਣ ਕੀਤੇ ਹੈ ਅਤੇ ਸੋ ਇਹ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਕਰਾਂਗੇ।
ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਪਵਿੱਤਰ ਸ਼ਬਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 23 ਅੰਗ ਤੇ ਸੁਸ਼ੋਭਿਤ ਹੈ। ਸ੍ਰੀ ਰਾਗ ਦਾ ਸ਼ਬਦ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਤੀਜਾ। ਤੀਜੇ ਘਰ ਦੇ ਵਿੱਚ ਘਰ ਦਾ ਭਾਵ ਵਿਦਵਾਨਾਂ ਨੇ ਬਹੁਤਾ ਤਾਲ ਦੇ ਨਾਲ ਲਿਖਿਆ ਹੈ। ਸ੍ਰੀ ਰਾਗ ਜੋ ਪ੍ਰਮੁੱਖ ਰਾਗ ਹੈ, ਰਾਗਾਂ ਵਿੱਚ ਸ੍ਰੀ ਰਾਗ ਹੈ। ਇੱਕ ਨਾਲ ਮੈਂ ਬੇਨਤੀ ਕਰਦੇ ਹਾਂ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਪ੍ਰਤੱਖ ਹਰ ਸੋ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਧੁਰ ਕੀ ਬਾਣੀ, ਪਵਿੱਤਰ ਬਾਣੀ, ਇਸ ਨੂੰ ਜਦੋਂ ਸੰਭਾਲਣ ਦਾ ਮਹਾਨ ਉਪਰਾਲਾ, ਮਹਾਨ ਯਤਨ ਕੀਤਾ ਅਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਜਦੋਂ ਸਰੂਪ ਉਹਨਾਂ ਲਿਖਵਾਇਆ ਹੈ, ਤਾਂ ਰਾਗਾਂ ਦੀ ਤਰਤੀਬ ਦੇ ਵਿੱਚ ਸਭ ਤੋਂ ਪਹਿਲਾ ਰਾਗ ਸ਼੍ਰੀ ਰਾਗ। ਇੱਕ ਤਾਂ ਸ਼੍ਰੀ ਰਾਗ ਰਾਗਾਂ ਦੇ ਵਿੱਚੋਂ ਪ੍ਰਮੁੱਖ ਰਾਗ ਹੈ। ਦੂਸਰਾ, ਪਾਵਨ ਗੁਰਬਾਣੀ ਵਿੱਚ ਆਪ ਜੀ ਨੇ ਬਹੁਤ ਵਾਰ ਸਰਵਣ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡਾ ਜਨਮ ਤੋਂ ਲੈ ਕੇ ਜੀਵਨ ਦੇ ਅਖੀਰ ਤੱਕ ਇਸ ਪੂਰੇ ਜੀਵਨ ਨੂੰ ਇੱਕ ਰਾਤਰੀ ਦੇ ਨਾਲ, ਇੱਕ ਰਾਤ ਦੇ ਨਾਲ ਤੁਲਨਾ ਦਿੱਤੀ ਹੈ ਕਿ ਇਹ ਇਨਸਾਨ, ਤੈਨੂੰ ਜੀਵਨ ਰੂਪੀ ਰਾਤ ਮਿਲੀ ਹੈ, ਤੂੰ ਆਪਣੀ ਜੀਵਨ ਰੂਪੀ ਰਾਤ ਨੂੰ ਸਫਲਾ ਕਰਨਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜਿਵੇਂ ਇਹ ਬਚਨ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਪਕੜੈ, ਸਭ ਮੁਕਦੀ ਚੱਲੀ ਰਹਿਣ। ਕਿ ਇਹ ਪ੍ਰਾਣੀ, ਇਹ ਬੰਦਿਆ, ਇਹ ਇਨਸਾਨ, ਤੂੰ ਕਿਹੜੇ ਪਾਸੇ ਤੁਰਿਆ ਫਿਰਦਾ ਹੈ? ਤੇਰੇ ਜੀਵਨ ਰੂਪੀ ਰਾਤ ਤੇਰੀ ਬੀਤਦੀ ਜਾ ਰਹੀ ਹੈ। ਤੂੰ ਆਪਣੀ ਬੀਤਦੀ ਜਾ ਰਹੀ ਜੀਵਨ ਰੂਪੀ ਰਾਤ ਨੂੰ ਸੰਭਾਲ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੀਵਨ ਰੂਪੀ ਰਾਤ ਨੂੰ ਸਫਲਾ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਾਗਾਂ ਦੀ ਤਰਤੀਬ ਵੀ, ਜੋ ਮੇਰੇ ਖਿਆਲ ਦੇ ਵਿੱਚ ਆਇਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਪਹਿਲਾ ਰਾਗ ਸ਼੍ਰੀ ਰਾਗ, ਕਿਉਂਕਿ ਸ਼੍ਰੀ ਰਾਗ ਸ਼ਾਮ ਦਾ ਰਾਗ ਹੈ। ਰਾਤਰੀ ਸ਼ੁਰੂ ਹੋਣ ਤੋਂ ਪਹਿਲਾਂ ਦਾ ਰਾਗ ਹੈ ਸ਼੍ਰੀ ਰਾਗ। ਤੇ ਸਭ ਤੋਂ ਅਖੀਲਾ ਰਾਗ ਪ੍ਰਭਾਤੀ, ਜੋ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਜੋ ਪਾਵਨ ਸਰੂਪ ਲਿਖਵਾਇਆ, ਉਹਦੇ ਵਿੱਚ ਸਭ ਤੋਂ ਅਖੀਲਾ ਰਾਗ ਪ੍ਰਭਾਤੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਭਾਵ ਕਿ ਹੇ ਗੁਰਮੁਖਾ, ਹੇ ਗੁਰਸਿੱਖਾ, ਤੇਰਾ ਜੀਵਨ ਸ਼੍ਰੀ ਰਾਗ ਤੋਂ ਸ਼ੁਰੂ ਹੋਏ ਅਤੇ ਤੇਰਾ ਜੀਵਨ ਪ੍ਰਭਾਤ ਤੱਕ ਆਉਂਦਿਆਂ ਆਉਂਦਿਆਂ ਤੇਰੇ ਜੀਵਨ ਦੇ ਵਿੱਚ ਰੋਸ਼ਨੀ ਆ ਜਾਵੇ। ਪ੍ਰਭਾਤ ਦਾ ਅਰਥ ਹੈ ਸਵੇਰਾ, ਚਾਨਣ। ਤੇਰੇ ਜੀਵਨ ਦੇ ਵਿੱਚ ਚਾਨਣਾ ਆ ਜਾਵੇ, ਤੇਰਾ ਜੀਵਨ ਸਫਲਾ ਹੋ ਜਾਵੇ। ਪ੍ਰਭਾਤੀ ਰਾਗ ਦਾ ਸਮਾਂ ਸਵੇਰ ਦਾ ਹੈ। ਦਿਨ ਚੜ੍ਹਨ ਵੇਲੇ ਪ੍ਰਭਾਤੀ ਰਾਗ, ਪ੍ਰਭਾਤ ਆਪਾਂ ਸਾਰੇ ਜਾਣਦੇ ਹਾਂ। ਅਤੇ ਇਸ ਤਰਤੀਬ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਦੂਸਰੀ ਵਾਰੀ ਪਾਵਨ ਸਰੂਪ ਲਿਖਾਇਆ, ਜਿਸ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ, ਤਾਂ ਰਾਗਾਂ ਦੀ ਇਸ ਤਰਤੀਬ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਿਲਕੁਲ ਉਸੇ ਤਰ੍ਹਾਂ ਰੱਖਿਆ। ਨੌਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ, ਜਿੱਥੇ ਉਹਨਾਂ ਦਾ ਨੰਬਰ ਆਉਂਦਾ ਸੀ, ਪੰਚਮ ਪਾਤਸ਼ਾਹ ਮਹਾਰਾਜ ਦੀ ਬਾਣੀ ਤੋਂ ਬਾਅਦ ਨੌਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ 14 ਰਾਗਾਂ ਵਿੱਚ ਸਤਿਗੁਰੂ
ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਅੰਕਿਤ ਕਰਵਾ ਦਿੱਤੀ ਅਤੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਬਾਣੀ 15 ਰਾਗਾਂ ਦੇ ਵਿੱਚ ਇੱਕ ਰਾਗ ਜੋ ਵੱਧ ਗਿਆ ਜੈ ਜੈਵੰਤੀ ਰਾਗ, ਉਹਦੇ ਵਿੱਚ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਬਾਣੀ ਹੈ। ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਸ ਰਾਗ ਨੂੰ ਪ੍ਰਭਾਤੀ ਰਾਗ ਤੋਂ ਅੱਗੇ ਦਰਜ ਕੀਤਾ ਹੈ। ਜੈ ਜੈਵੰਤੀ ਰਾਗ ਸਭ ਤੋਂ ਅਖੀਰ ਤੇ, ਭਾਵ ਕਿ ਤਰਤੀਬ ਨੂੰ ਫਰਕ ਨਹੀਂ ਪਿਆ, ਬਲਕਿ ਅਖੀਰ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜੈ ਜੈਵੰਤੀ ਰਾਗ, ਤੇ ਇਹਦੇ ਨਾਲ ਸਗੋਂ ਇਹ ਤਰਤੀਬ ਹੋਰ ਵੀ ਸੁਹਾਵਣੀ ਹੋ ਗਈ, ਕਿਉਂਕਿ ਆਪ ਜੀ ਦੇ ਯਾਦ ਹੋਏਗਾ ਜੈ ਜੈਵੰਤੀ ਰਾਗ ਜੋ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਇਕੱਲਿਆਂ ਦੀ ਹੀ ਬਾਣੀ ਉਹਦੇ ਵਿੱਚ ਹੈ। ਜੈ ਜੈਵੰਤੀ ਰਾਗ ਰਾਜਸਥਾਨ ਦੇ ਵਿੱਚ ਕਿਸੇ ਸਮੇਂ ਜਦੋਂ ਰਾਜੇ, ਰਾਜਕੁਮਾਰ, ਯੁਵਰਾਜ ਆਦਿਕ ਜੰਗ ਜਿੱਤ ਕੇ ਆਉਂਦੇ ਸੀ, ਜੰਗ ਨੂੰ ਫਤਿਹ ਕਰਕੇ ਆਉਂਦੇ ਸੀ, ਤੇ ਜੰਗ ਜਿੱਤਣ ਦੀ ਖੁਸ਼ੀ ਵਿੱਚ, ਜੰਗ ਨੂੰ ਫਤਿਹ ਕਰਨ ਦੀ ਖੁਸ਼ੀ ਵਿੱਚ, ਭਾਵ ਕਿ ਖੁਸ਼ੀ ਦਾ ਫਤਿਹ ਵਾਲਾ ਚੜ੍ਹਦੀ ਕਲਾ ਵਾਲਾ ਰਾਗ ਜੈ ਜੈਵੰਤੀ, ਚੜ੍ਹਦੀ ਕਲਾ ਦੇ ਸਮੇਂ ਗਾਇਆ ਜਾਣ ਵਾਲਾ ਜੈ ਜੈਵੰਤੀ ਰਾਗ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਮਝਾ ਦਿੱਤਾ ਕਿ ਇਹ ਭਾਈ, ਜਿੱਥੇ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਤੁਹਾਡੇ ਜੀਵਨ ਦੀ ਸ਼ੁਰੂਆਤ ਸ੍ਰੀ ਰਾਗ ਦੇ ਨਾਲ ਅਤੇ ਤੁਹਾਡਾ ਜੀਵਨ ਅਖੀਰ ਤੇ ਤੁਹਾਡੇ ਜੀਵਨ ਦੇ ਵਿੱਚ ਪ੍ਰਭਾਤ ਆ ਜਾਵੇ, ਚਾਨਣਾ ਆ ਜਾਵੇ। ਜੇ ਤੁਸੀਂ ਆਤਮਿਕ ਤੌਰ ਤੇ ਇੱਥੇ ਪਹੁੰਚ ਗਏ ਹੋ ਤਾਂ ਫਿਰ ਤੁਹਾਡੇ ਜੀਵਨ ਦੀ ਸਫਲਤਾ ਹੈ। ਤੁਹਾਡੇ ਜੀਵਨ ਦੇ ਵਿੱਚ ਫਿਰ ਜੈ ਜੈਵੰਤੀ ਰਾਗ ਆਏਗਾ, ਖੁਸ਼ੀ ਵਾਲਾ ਰਾਗ ਆਏਗਾ, ਚੜ੍ਹਦੀ ਕਲਾ ਵਾਲਾ ਰਾਗ ਆਏਗਾ, ਅਤੇ ਤੁਸੀਂ ਮੰਨੋ ਇਹ ਜੀਵਨ ਦੀ ਜੰਗ ਤੁਸੀਂ ਜਿੱਤ ਲਈ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਰਹਿਮਤ ਕਰਨ। ਸਤਿਗੁਰਾਂ ਦਾ ਜੋ ਪਾਵਨ ਸ਼ਬਦ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਹਾਉ ਦੀਆਂ ਜੋ ਪਾਵਨ ਪੰਕਤੀਆਂ ਹੈ, ਸਤਿਗੁਰੂ ਜੀ ਰਹਿਮਤ ਕਰਦੇ ਆ। ਕਾਹੇ ਗਰਬਸ ਮੂੜੇ ਮਾਇਆ, ਪਿਤ ਸੁਤੋ ਸਗਲ ਕਲਤਰ ਮਾਤਾ, ਤੇਰੇ ਹੋਏ ਨਾ ਅੰਤ ਸਿਖਾਇਆ। ਕਿ ਹੈ ਇਨਸਾਨ, ਹੈ ਜੀਵ, ਤੂੰ ਹੰਕਾਰ ਕਿਉਂ ਕਰਦਾ ਹੈ? ਹੁਣ ਪਾਵਨ ਗੁਰਬਾਣੀ ਦੇ ਵਿੱਚ ਗਰਭ ਸ਼ਬਦ ਬਹੁਤ ਵਾਰ ਆਇਆ ਹੈ। ਇਹ ਖਿਆਲ ਰੱਖਣ ਵਾਲੀ ਗੱਲ, ਜਿੱਥੇ ਵੀ ਗਰਭ ਬੱਬੇ ਨਾਲ ਆਏਗਾ, ਗੱਗਾ ਰਾਰਾ ਬੱਬਾ, ਉਹਦਾ ਭਾਵ ਹਮੇਸ਼ਾ ਹੀ ਹੰਕਾਰ ਹੋਏਗਾ। ਬੇਸ਼ੱਕ ਆਪਾਂ ਬੋਲਣ ਲੱਗਿਆ ਹੰਕਾਰ ਲਫ਼ਜ਼ ਵਰਤ ਦਿੰਦੇ ਹਾਂ, ਪਰ ਇੱਕ ਬੇਨਤੀ ਮੇਰੀ ਹੋਰ ਸਰਵ ਕਰ ਲਓ, ਹੰਕਾਰ ਸ਼ਬਦ ਗੁਰਬਾਣੀ ਵਿੱਚ ਕਿਤੇ ਵੀ ਨਹੀਂ ਆਇਆ, ਇੱਕ ਵਾਰ ਵੀ ਨਹੀਂ ਆਇਆ। ਜਿੰਨੇ ਵਾਰ ਵੀ ਆਇਆ ਐੜੇ ਦੇ ਨਾਲ ਅਹੰਕਾਰ ਆਇਆ, ਅਹੰ ਤੋਂ ਬਣਿਆ ਹੋਇਆ। ਅਤੇ ਇਹਦੇ ਜੋ ਸਮਅਰਥੀ ਜੋ ਹੋਰ ਸ਼ਬਦ ਹੈ, ਜਿਵੇਂ ਮਾਣ ਹੋ ਗਿਆ, ਅਭਿਮਾਨ ਹੋ ਗਿਆ, ਇਸ ਤਰ੍ਹਾਂ ਬਹੁਤ ਸਾਰੇ ਸ਼ਬਦ ਇਹਦੇ ਨਾਲ ਮਿਲਦੇ ਜੁਲਦੇ। ਅਤੇ ਕਿਤੇ ਕਿਤੇ ਸੰਤੋ ਇਹਾ ਬਤਾਵੋ ਕਾਰੀ, ਜਿਤ ਹਉਮੈ ਗਰਭ ਨਿਵਾਰੀ। ਕਿ ਹੇ ਵਾਹਿਗੁਰੂ ਜੀ, ਹੇ ਸਤਿਗੁਰੂ ਜੀ, ਕਿਰਪਾ ਕਰੋ, ਮੈਨੂੰ ਇਸ ਤਰ੍ਹਾਂ ਦਾ ਇਲਾਜ ਦੱਸੋ ਜਿਹਦੇ ਨਾਲ ਮੇਰੀ ਹਉਮੈ, ਮੇਰਾ ਹੰਕਾਰ ਖਤਮ ਹੋ ਜਾਵੇ। ਕਈ ਜਗ੍ਹਾ ਤੇ ਹਉਮੈ ਅਤੇ ਹੰਕਾਰ ਨੂੰ ਇਕੱਠਾ ਕੀਤਾ ਗਿਆ ਹੈ, ਅਤੇ ਕਿਤੇ ਕਿਤੇ ਇਹ ਇੱਕੋ ਰੂਪ ਦੇ ਵਿੱਚ ਆਇਆ, ਹਉਮੈ ਤੇ ਹੰਕਾਰ। ਪਰ ਕਿਤੇ ਕਿਤੇ ਇਹਨਾਂ ਦੋਨਾਂ ਸ਼ਬਦਾਂ ਨੂੰ ਵੱਖਰੇ ਰੂਪ ਦੇ ਵਿੱਚ ਕਿਉਂਕਿ ਥੋੜ੍ਹਾ ਜਿਹਾ ਫਰਕ ਹੈ। ਜਿਵੇਂ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਜ ਦੋਖ ਅਰ ਅਹੰਗ ਰੋਗ। ਪੰਜ ਦੋਖ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਅਹੰਗ ਰੋਗ, ਇੱਥੇ ਹਉਮੈ ਨੂੰ ਕਹਿ ਦਿੱਤਾ, ਭਾਵ ਕਿ ਇੱਥੇ ਹਉਮੈ ਵੱਖਰੀ ਕਰ ਦਿੱਤੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਕੁੱਲ ਮਿਲਾ ਕੇ ਭਾਵ ਇਹ ਹੋਇਆ ਕਰਦਾ ਹੈ ਕਿ ਸਾਡੇ ਪੱਲੇ ਜੋ ਪੈਣਾ ਹੈ ਉਹ ਨਿਮਰਤਾ ਦੇ ਨਾਲ ਪੈਣਾ ਹੈ, ਹੰਕਾਰ ਦੇ ਨਾਲ ਨਹੀਂ। ਗੁਰੂ ਦਰ ਤੇ ਆਉਣਾ ਹੈ ਤਾਂ ਨਿਮਰਤਾ ਦੇ ਨਾਲ। ਗੁਰੂ ਦਰ ਤੋਂ ਜੇ ਝੋਲੀਆਂ ਭਰਦੀਆਂ
ਗੁਰੂ ਦਰ ਤੋਂ ਜੇ ਬਖਸ਼ਿਸ਼ਾਂ ਮਿਲਦੀਆਂ, ਕਿਉਂਕਿ ਗੁਰੂ ਦਾ ਦਰ ਬਖਸ਼ਿਸ਼ਾਂ ਕਰਨ ਵਾਲਾ। ਆਪਾਂ ਬਹੁਤ ਵਾਰੀ ਇਹ ਬਚਨ ਸਰਵਣ ਕਰਦੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਕਿ ਸਾਡੇ ਜੀਵਨ ਦੇ ਵਿੱਚ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ, ਸਾਡੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਦੋਂ? ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰ ਦੇਣ। ਤੇ ਸਤਿਗੁਰਾਂ ਨੇ ਇੱਥੇ ਸ਼ਬਦ ਲਾਇਆ, ਜੇ ਸਤਿਗੁਰ ਨਦਰ ਕਰੇ, ਜੇ ਸਤਿਗੁਰੂ ਦੀ ਨਦਰ ਹੋ ਜਾਵੇ। ਹੁਣ ਸਤਿਗੁਰੂ ਦੀ ਨਦਰ ਹੰਕਾਰੀ ਤੇ ਨਹੀਂ। ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ, ਹੰਕਾਰੀ ਪਤਾ ਨਹੀਂ ਕਿੰਨੇ ਕਾਏ ਕਿੰਨੇ ਕੁ ਚਲੇ ਗਏ, ਗਰਭ ਜਿਨ੍ਹਾਂ ਵਡਿਆਈਆਂ ਧਨ ਜੋਬਨ ਆਗਾ, ਖਾਲੀ ਚੱਲੇ ਧਨੀ ਸਿਉ ਟਿੱਬੇ ਜੋ ਮਿਆਹ। ਕਿ ਜਿਸ ਤਰ੍ਹਾਂ ਬਾਰਿਸ਼ ਆਉਣ ਦੇ ਬਾਵਜੂਦ ਵੀ ਟਿੱਬੇ ਪਾਣੀ ਤੋਂ ਖਾਲੀ ਰਹਿ ਜਾਂਦੇ ਆ, ਸਖਣੇ ਰਹਿ ਜਾਂਦੇ ਆ, ਇਸ ਤਰ੍ਹਾਂ ਸਾਡੇ ਜੀਵਨ ਦੇ ਵਿੱਚ, ਸਾਡੇ ਹਿਰਦੇ ਦੇ ਵਿੱਚ, ਸਾਡੇ ਮਨ ਦੇ ਵਿੱਚ, ਸਾਡੇ ਅੰਤःਕਰਨ ਦੇ ਵਿੱਚ ਜੇ ਹੰਕਾਰ ਦੇ ਟਿੱਬੇ ਹੈ ਨਾ, ਤਾਂ ਫਿਰ ਸਾਡਾ ਜੀਵਨ ਸਫਲਾ ਨਹੀਂ ਹੋ ਸਕਦਾ। ਗੁਰੂ ਦਰ ਤੋਂ, ਵਾਹਿਗੁਰੂ ਪ੍ਰਮਾਤਮਾ ਦੇ ਦਰ ਤੋਂ ਕੁਝ ਪ੍ਰਾਪਤੀ ਨਹੀਂ। ਫਰੀਦਾ ਮਨ ਮੈਦਾਨ ਕਰ, ਟੋਹੇ ਟਿੱਬੇ ਲਾਹੇ, ਅੱਗੇ ਮੂਲ ਨਾ ਆਵੀ, ਦੋਜਕ ਸੰਧੀ ਭਾਹੇ। ਕਿ ਮਨ ਨੂੰ ਇੱਕ ਬਰਾਬਰ ਕਰਨਾ ਪੈਣਾ। ਮਨ ਦਾ ਜੋ ਲੈਵਲ ਹੈ ਇੱਕ ਪੱਧਰਾ, ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਜਿੱਥੇ ਰਹਾਉ ਦੀਆਂ ਪੰਕਤੀਆਂ ਵਿੱਚ ਹੰਕਾਰ ਦੀ ਗੱਲ ਕੀਤੀ ਹੈ, ਅਤੇ ਹੰਕਾਰ ਸ਼ੁਭ ਗੁਣਾਂ ਨੂੰ ਖਾਣ ਵਾਲਾ ਹੈ। ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਬਚਨ ਕਰਦੇ ਹੈ, ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ। ਕਿ ਹੇ ਜਨਮ ਮਰਨ ਦੇ ਮੂਲ, ਹੇ ਪਾਪ ਕਰਾਉਣ ਵਾਲਿਆ ਹੰਕਾਰਾ। ਹੰਕਾਰ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਹਾ ਮਨੁੱਖ ਪਾਪ ਕਰਦਾ ਹੈ, ਹੰਕਾਰ ਵਿੱਚ ਆ ਕੇ ਮਨੁੱਖ ਪਾਪ ਕਰਦਾ ਹੈ। ਇਹ ਗੱਲ ਵੱਖਰੀ ਹੈ ਕਿ ਅਖੀਰ ਤੇ ਆ ਕੇ ਉਹਨੂੰ ਪਛਤਾਵਾ ਕਰਨਾ ਪੈਂਦਾ ਹੈ। 50 ਸਾਲ ਔਰੰਗਜ਼ੇਬ ਬਾਦਸ਼ਾਹ ਰਿਹਾ, 2200 ਕੋਹ ਤੱਕ ਉਹਦਾ ਰਾਜ ਹੰਕਾਰ ਵਿੱਚ ਹੀ ਰਿਹਾ। ਪਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਹਦੀ ਔਕਾਤ ਚੇਤਾ ਕਰਾਈ ਕਿ ਔਰੰਗਜ਼ੇਬ ਤੂੰ ਮੈਨੂੰ ਜਿੱਤ ਨਹੀਂ ਸਕਿਆ, ਤੇਰਾ ਜੀਵਨ ਧਰਮੀ ਵੀ ਨਹੀਂ ਹੈ, ਤੂੰ ਧਰਮ ਦੇ ਨਾਂ ਤੇ ਬਹੁਤ ਪਾਪ ਕੀਤੇ ਹੈ। ਤਾਂ ਔਰੰਗਜ਼ੇਬ ਵੀ ਅਖੀਰ ਤੇ ਪਛਤਾਇਆ ਸੀ। ਅਤੇ ਜਿਵੇਂ ਆਵੇਂ ਬਚਨ ਹੈ ਕਿ ਜਫਰਨਾਮਾ ਪੜ੍ਹ ਕੇ ਹੀ ਉਹਦੀ ਮੌਤ ਹੋ ਗਈ ਸੀ। ਉਹ ਇੰਨਾ ਪਛਤਾਇਆ, ਜਫਰਨਾਮਾ ਪੜ੍ਹ ਕੇ ਇੰਨਾ ਪਛਤਾਇਆ ਸੀ ਕਿ ਉਹਦਾ ਬੀਤ ਚੁੱਕਿਆ 50 ਸਾਲ ਜੋ ਲੰਘ ਚੁੱਕੇ ਸੀ ਨਾ, ਉਹ ਫਿਰ ਵਾਪਸ ਕਿਵੇਂ ਆਉਂਦੇ ਜੋ 50 ਸਾਲ ਦੀ ਉਹਦੀ ਪਾਪਾਂ ਵਾਲੀ ਕਮਾਈ ਸੀ, ਪਾਪ ਕੀਤੇ ਸੀ। ਸੋ ਮੈਂ ਵਿਸਥਾਰ ਵਿੱਚ ਨਾ ਜਾਵਾਂ। ਹੁਣ ਹਿਟਲਰ ਕਰੋੜਾਂ ਬੰਦਿਆਂ ਨੂੰ ਮਾਰਨ ਵਾਲਾ, ਹਿਟਲਰ ਨੇ ਕਰੋੜਾਂ ਬੰਦੇ ਮਾਰੇ ਅਤੇ ਕਰੋੜਾਂ ਬੰਦਿਆਂ ਨੂੰ ਮਾਰਨ ਵਾਲਾ ਇਹ ਪਾਪੀ ਪਹਿਲਾਂ ਹੰਕਾਰ ਵਿੱਚ ਸੀ, ਅਖੀਰ ਤੇ ਸ਼ੈਦਾਈ ਹੋਇਆ, ਅਖੀਰ ਤੇ ਆਤਮ ਹੱਤਿਆ ਕਰਕੇ, ਸੁਸਾਈਡ ਕਰਕੇ ਇਹ ਹਿਟਲਰ ਮਰਿਆ। ਭਾਵ ਕਿ ਹੰਕਾਰ ਹੈ ਨਾ ਜੋ, ਉਹ ਜੀਵਨ ਨੂੰ, ਜਿੱਥੇ ਦੂਜਿਆਂ ਦੇ ਜੀਵਨ ਨੂੰ ਹੰਕਾਰੀ ਆਦਮੀ ਬਰਬਾਦ ਕਰਦਾ ਹੈ, ਨੁਕਸਾਨ ਪਹੁੰਚਾਉਂਦਾ ਹੈ, ਉੱਥੇ ਉਹਦਾ ਜੀਵਨ ਵੀ। ਤੇ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਇਸੇ ਕਰਕੇ ਰਹਿਮਤ ਕਰਦੇ ਹੈ ਕਿ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ। ਕਿ ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਖਤਮ ਹੋਏ ਹੈ। ਤੇ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਹੈ ਕਿ ਹੇ ਬੰਦਿਆ, ਤੂੰ ਕਿਉਂ ਐਵੇਂ ਹੰਕਾਰ ਕਰੀ ਜਾ ਰਹੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਇੱਕ ਜਗ੍ਹਾ ਬਚਨ ਕਰਦੇ ਹੈ, ਰੇ ਨਰ ਕਹਾਂ ਥੋੜੀ ਬਾਤ ਗਮਾਨ, ਮਨ ਦਸ ਨਾਜ ਟਕਾ ਜਰ ਗਾਂਠੀ, ਐਂਡੋ ਟੈਂਡੋ ਜਾਤ। ਕਿ ਹੇ ਬੰਦਿਆ, ਇਹ ਇਨਸਾਨਾਂ ਸੁਣ, ਜੇ ਤੇਰੇ ਕੋਲੇ 4 ਪੈਸੇ ਆ ਗਏ ਹੈ, ਤੇਰੇ ਕੋਲ 4 ਟਕੇ ਆ ਗਏ ਹੈ, 4 ਮਣ ਦਾਣੇ ਘਰ ਪਏ ਹੈ, ਤਾਂ ਤੇਰੀ ਚਾਲ ਕਿਉਂ ਵਿਗੜ ਗਈ ਹੈ? ਟੇਢੀ ਚਾਲ,
टेढ़ी पाग ਆਪਾਂ ਬਚਨ ਪੜ੍ਹਦੇ ਆ ਨਾ, ਲਾਗੇ ਵੀਰੇ ਖਾਨ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਸਮਝਾ ਰਹੇ ਹੈ ਕਿ ਜੇ 4 ਮਣ ਦਾਣੇ ਤੇ ਘਰ ਵਿੱਚ ਹੈ, 4 ਟਕੇ ਤੇਰੇ ਕੋਲੇ ਆ ਗਏ ਹੈ, ਤਾਂ ਤੇਰੀ ਚਾਲ ਕਿਉਂ ਵਿਗੜ ਗਈ ਹੈ। ਹੁਣ ਇਹ ਮਾਇਆ ਦੀ ਪਾਹ ਜਦੋਂ ਮਨੁੱਖ ਦੇ ਮਨ ਨੂੰ ਲੱਗ ਜਾਵੇ ਨਾ, ਤਾਂ ਮਾਇਆ ਦੇ ਨਾਲ ਜਿਵੇਂ ਕੱਪੜਾ ਆਕੜ ਜਾਂਦਾ ਹੈ, ਇਸ ਤਰ੍ਹਾਂ ਮਾਇਆ, ਮਾਫ ਕਰਨਾ, ਮਾਇਆ ਇਕੱਲਾ ਪੈਸਾ ਨਹੀਂ। ਇਕੱਲੇ ਪੈਸੇ ਨੂੰ ਮਾਇਆ ਨਹੀਂ ਕਿਹਾ। ਮਾਇਆ ਉਹ ਚੀਜ਼ ਜਿਹੜੀ ਮਨੁੱਖ ਨੂੰ ਰੱਬ ਤੋਂ ਦੂਰ ਕਰ ਦੇਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਰ ਤੇ ਬੜੇ ਵੱਡੇ ਵੱਡੇ ਅਮੀਰ ਵੀ ਆਉਂਦੇ ਰਹੇ ਹੈ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਮੇਂ ਭਾਈ ਮਨਸੁਖ ਜੀ ਵਰਗੇ, ਜਿਨ੍ਹਾਂ ਦਾ ਬੜਾ ਵੱਡਾ ਕਾਰੋਬਾਰ ਸੀ। 9ਵੇਂ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ 9ਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਵੀ ਮੱਖਣ ਸ਼ਾਹ ਲਬਾਣਾ, ਜਿਨ੍ਹਾਂ ਦਾ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਵਪਾਰ ਚੱਲਦਾ ਸੀ। ਭਾਈ ਲੱਖੀ ਸ਼ਾਹ ਵਣਜਾਰੇ ਵਰਗੇ ਬੜੇ ਅਮੀਰ, 300 ਏਕੜ ਜ਼ਮੀਨ ਇੱਥੇ ਰਕਾਬਗੰਜ ਸਾਹਿਬ ਕਿਸੇ ਵੇਲੇ। ਹੁਣ ਇੱਕ ਗੱਲ ਹੋਰ ਮੈਂ ਧਿਆਨ ਵਿੱਚ, ਕਿ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੇ ਨਿਮਰਤਾ ਵਾਲੇ ਅਮੀਰ ਸੀ ਨਾ, ਆਪਣੀ ਮਿਹਨਤ ਦੇ ਨਾਲ ਪੈਸਾ ਕਮਾਇਆ ਹੈ, ਨਿਮਰਤਾ ਦੇ ਨਾਲ ਪੈਸਾ ਕਮਾਇਆ, ਆਪਣੀ ਮਿਹਨਤ ਦੇ ਨਾਲ ਪੈਸਾ ਕਮਾਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ। ਅਤੇ ਜੇ ਸੱਜਣ ਠੱਗ ਵਰਗਿਆਂ ਨੇ ਪਾਪ ਦੀ ਕਮਾਈ ਕਰਕੇ ਪੈਸਾ ਕਮਾਇਆ ਹੈ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਕਹਿ ਦਿੱਤਾ ਕਿ ਇਹ ਸੱਜਣਾ, ਜੇ ਤੂੰ ਸਹੀ ਤਰੀਕੇ ਨਾਲ ਸੱਜਣ ਬਣਨਾ ਹੈ, ਤਾਂ ਇਹ ਲੁੱਟਿਆ ਹੋਇਆ ਪੈਸਾ ਲੋਕਾਂ ਦਾ ਪੈਸਾ ਹੈ, ਲੋਕਾਂ ਨੂੰ ਦੇ ਦੇ। ਤੇ ਇਹ ਗੱਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੱਤ ਦੇ ਅਮੀਰ ਮਲਕ ਭਾਗੋ ਨੂੰ ਸਮਝਾਈ ਸੀ ਕਿ ਇਹ ਮਲਕ ਭਾਗੋ, ਜੇ ਤੂੰ ਜੀਵਨ ਦੇ ਵਿੱਚ ਸੁਖੀ ਹੋਣਾ ਚਾਹੁੰਦਾ ਹੈ। ਹੁਣ ਮਲਕ ਭਾਗੋ ਭਾਵੇਂ ਪਾਪੀ ਨਹੀਂ ਸੀ, ਮਾਫ ਕਰਨਾ, ਮਲਕ ਭਾਗੋ, ਮੇਰੀ ਗੱਲ ਨੂੰ ਗਲਤ ਨਾ ਲੈਣਾ, ਭਾਈ ਲਾਲੋ ਜੀ ਬਹੁਤ ਵੱਡੇ ਕੋਈ ਧਰਮੀ ਨਹੀਂ ਸੀ, ਭਾਵ ਕਿ ਧਰਮੀ ਭੇਖ ਵਾਲੇ ਨਹੀਂ ਸੀ। ਭਾਈ ਲਾਲੋ ਜੀ ਇੱਕ ਸੱਚੇ ਸੁੱਚੇ ਇਨਸਾਨ ਸੀ, ਕਿਰਤੀ ਇਨਸਾਨ ਸੀ, ਮਿਹਨਤ ਕਰਨ ਵਾਲੇ ਸੀ। ਅਤੇ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਤੀਆਂ ਨੂੰ ਹਮੇਸ਼ਾ ਮਾਣ ਦਿੱਤਾ ਹੈ। ਅਤੇ ਸਤਿਗੁਰਾਂ ਦਾ ਜਿੱਥੇ ਇਹ ਸੰਦੇਸ਼ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਮੁੱਖ ਸੰਦੇਸ਼ ਦੇ ਵਿੱਚ ਸਭ ਤੋਂ ਪਹਿਲਾਂ ਕਿਰਤ ਆਏਗੀ, ਬਾਅਦ ਵਿੱਚ ਨਾਮ ਆਏਗਾ। ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਵੀ ਕੀਤਾ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਕਿ ਜੀਵਨ ਦਾ ਸਹੀ ਰਾਹ ਉਹ ਪਛਾਣਦਾ ਹੈ ਜਿਹੜਾ ਮਿਹਨਤ ਕਰਕੇ ਖਾਂਦਾ ਹੈ, ਸੱਚੀ ਸੁੱਚੀ ਕਮਾਈ ਕਰਦਾ ਹੈ। ਹੁਣ ਮਲਕ ਭਾਗੋ ਬੇਸ਼ੱਕ ਧਰਮੀ ਸੀ, ਮਾਫ ਕਰਨਾ, ਕਿਉਂਕਿ ਧਰਮੀ ਸੀ ਤਾਂ ਉਹ ਲੰਗਰ ਲਾਉਂਦਾ ਸੀ, ਉਸ ਭਾਸ਼ਾ ਵਿੱਚ ਕਹਿ ਲਈਏ ਬ੍ਰਹਮ ਭੋਜ ਕਰਦਾ ਸੀ, ਪਰ ਉਹਨੂੰ ਧਰਮ ਦੀ ਰੀਤ ਦਾ ਪਤਾ ਨਹੀਂ ਸੀ। ਉਹ ਗਰੀਬਾਂ ਨੂੰ ਲੁੱਟਦਾ ਸੀ, ਮਜ਼ਦੂਰਾਂ ਦੀ ਮਜ਼ਦੂਰੀ ਨਹੀਂ ਸੀ ਦਿੰਦਾ, ਲੋਕਾਂ ਦਾ ਪੈਸਾ ਜਿੰਨਾ ਆ ਜਾਵੇ ਉਹ ਇਕੱਠਾ ਕਰਦਾ ਸੀ। ਅਤੇ ਉਹਦੇ ਵਿੱਚ ਫਿਰ ਬ੍ਰਾਹਮਣਾਂ ਨੂੰ, ਸਾਧੂਆਂ ਨੂੰ, ਸੰਤਾਂ ਨੂੰ, ਮਹਾਂਪੁਰਖਾਂ ਨੂੰ ਬੁਲਾ ਕੇ ਬ੍ਰਹਮ ਭੋਜ ਕਰ ਦਿੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹੇ ਮਲਕ ਭਾਗੋ, ਇਸ ਤਰ੍ਹਾਂ ਧਰਮੀ ਨਹੀਂ ਬਣੀਦਾ ਕਿ ਲੋਕਾਂ ਦਾ ਖੂਨ ਚੂਸ ਸੂਸ ਕੇ ਤੂੰ ਪੈਸਾ ਇਕੱਠਾ ਕਰੀ ਜਾ ਰਿਹਾ ਹੈ। ਉਹਦੇ ਨਾਲ ਸਾਲ ਵਿੱਚ 1 ਵਾਰ 2 ਵਾਰ ਲੰਗਰ ਲਾ ਦਿੱਤਾ ਤਾਂ ਤੇਰਾ ਜੀਵਨ ਸਫਲਾ ਨਹੀਂ ਹੈ। ਲੰਗਰ ਬੇਸ਼ੱਕ ਨਾ ਲਾ, ਪਰ ਗਰੀਬਾਂ ਦਾ ਖੂਨ ਨਾ ਚੂਸ। ਤੇ ਜਦੋਂ ਉਹ ਨਿਤਾਣਾ ਹੋਇਆ, ਨਿਮਾਣਾ ਹੋਇਆ, ਜੀਵਨ ਦੇ ਵਿੱਚ ਔਕੜਾਂ ਆਈਆਂ, ਤਾਂ ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਤੋਂ ਖਿਮਾ ਮੰਗੀ ਸੀ ਮਲਕ ਭਾਗੋ ਨੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹਦਾਇਤ ਕੀਤੀ ਸੀ ਕਿ ਇਹ ਮਲਕ ਭਾਗੋ, ਪਾਪਾਂ ਵਾਲੀ ਕਮਾਈ ਲੋਕਾਂ ਵਿੱਚ ਵੰਡ ਦੇ, ਲੋਕਾਂ ਦਾ ਪੈਸਾ ਹੈ, ਲੋਕਾਂ ਨੂੰ ਵੋਟ ਦੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜਿੱਥੇ ਸਮਝਾ ਰਹੇ ਹੈ ਕਿ ਇਹ ਭਾਈ ਤੂੰ ਕਾਹਦਾ ਹੰਕਾਰ ਕਰਦਾ ਹੈ। ਕਬੀਰ ਗਰਬ ਨਾ ਕੀਜੀ ਹੈ, ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ, ਉੱਪਰ ਜਾਮੈ ਘਾਸ। ਕਿ ਇਹ ਇਨਸਾਨਾਂ, ਇਹ ਬੰਦਿਆ, ਇਹ ਮਨੁੱਖਾ, ਤੂੰ ਆਪਣੇ ਉੱਚੇ ਉੱਚੇ ਘਰ ਵੇਖ ਕੇ ਕਿਉਂ ਹੰਕਾਰ ਵਿੱਚ ਆ ਰਹੇ ਹੈ। ਕਿੰਨਾ ਕੁ ਸਮਾਂ ਇਹਨਾਂ ਘਰਾਂ ਵਿੱਚ ਰਹਿਣਾ ਹੈ, ਇਹ ਉਮਰ ਹੈ ਕਿੰਨੀ ਕੁ। ਅਤੇ ਤੂੰ ਦੂਜਿਆਂ ਤੇ ਹੱਸ ਵੀ ਨਾ,
कबीर गर्भ न कीजिए रंक न हसीए कोई, अजो सो नाव समुंदर में क्या जानो क्या होए। सो पावन गुरबाणी ਵਿੱਚ ਵਾਰ-ਵਾਰ ਸਾਨੂੰ ਵਰਜਿਆ ਗਿਆ, ਰੋਕਿਆ ਗਿਆ ਕਿ ਇਹ ਭਾਈ ਹੰਕਾਰ ਨਹੀਂ, ਹੰਕਾਰ ਤੋਂ ਬਚਣਾ ਹੈ, ਹਉਮੈ ਤੋਂ ਬਚਣਾ ਹੈ। ਤੇ ਇਸੇ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹਉਮੈ ਨੂੰ ਜੀਵਨ ਦਾ ਸਭ ਤੋਂ ਵੱਡਾ ਰੋਗ ਵੀ ਦੱਸਿਆ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ ਨਾਲ ਸਮਝਾ ਵੀ ਦਿੱਤਾ। ਤੇ ਭਗਤ ਰਵਿਦਾਸ ਜੀ ਨੇ ਵੀ ਬਚਨ ਕੀਤਾ ਹੈ कि 5 दोख है, 5 दोख असाध जामै ताकि केस आस। कि जो दूजे जीव है ना, मिर्ग मीन पतंग भरंग कुंचर एक दोख बनास, कि ना 5 जीवां दे विच एक एक रोग है, एक एक दोख है। इन्हां दे विच एक एक जो वड्डी गलती है, इन्हां दी एक एक गलती दे कारण एक एक इन्हां दे दोख दे कारण एक एक रोग दे कारण ये पंजे दे पंजे जीव मारे जाते हैं, पकड़े जाते हैं। पर हे बंदिया, तेरे विच तां पंजे दे पंजे ही है। काम क्रोध लोभ मोह हंकार तेरे विच तां पंजे ही है। 5 रोग असाध जामै ताकि केतकास। सो सतगुरु पातशाह महाराज रहमत कर रहे हैं, काहे गर्भस मूढ़े माया। सतगुरु पातशाह महाराज ने हंकार करने वाले नूं मूढ़ा कहा है, मूर्ख। कि हे मूर्खा, तू माया का हंकार क्यों करी जा रहे हैं? माया किसी के साथ गई है, माया साथ जाने वाली नहीं है। अते भाव कि माया का भाव ये माया जित हर विसरा है। माया पैसे के रूप दे माया है, माया धियां पुत्र माता पिता के रूप दे माया है, माया अनेकों पदार्थों के माया है। भाव कि हर वो चीज़ जां ये कह लीए दो ही चीज़ां, एक माया है तो एक रब है। भाव कि एक करता है तो दूजी उहदी कुदरत है। भाव कि असीं कुदरत दे विच रहना है तो कुदरत दे विच रहिंदियां होइयां करते नूं पछाणना है। असीं कादर दे नाल अपना न्यों लाउणा है, पर कुदरत विच रहिंदियां होइयां कुदरत नूं प्यार करना है, कुदरत नूं ठगना नहीं है, कुदरत नूं विगाड़ना नहीं है। सतगुरु पातशाह महाराज ने बड़ा सोहना समझा दिता है कि बलिहारी कुदरत वसिया तेरा अंत ना जाई लखिया। कि वह वाहिगुरू वह प्रभु परमात्मा अपनी बनाई हुई इस कुदरत दे विच समाया होया है, रमिया होया है, अते उहदे चोजां दा भी कोई अंत नहीं है। चोजी मेरे प्यारे आ, चोजी मेरे गोविंदा, हर पर मेरा चोजी जियो। ते सतगुरु पातशाह महाराज समझा रहे हैं कि पित सुतो सगल कलतर माता, तेरे होए ना अंत सिखाया। ये तेरे जिन्ने भी रिश्तेदार है, जदों तेरे जीवन की समाप्ति होनी है, अखीर दे वेले इन्हां ने तेरा साथ नहीं देना। भाव के साथ नहीं दे सकते, तेरे नाल शमशान घाट तक जा सकते हैं। उस तो अगे आगा है हंस अकेला जाई। बेशक परिवार वाले किन्ना भी प्यार करने वाले होण, पर वो शमशान घाट तो अगे नहीं जा सकते। अगे तो इस जियो ने साडे शरीर के अंदर जो हंस वस रहे हैं, इन्हें अकले ने जाना है। सतगुरु अर्जन साहिब पातशाह महाराज जी ने बचन किया, मात पिता बंता सुत बंधप, इष्ट मीत अर भाई, पूर्व जन्म के मिले संजोगी, अंत को ना सहाई। सो सतगुरु पातशाह महाराज आरंभ दी पंक्तियां, ये तन धरती। सतगुरु पातशाह महाराज समझा रहे हैं कि हे भाई, तू अपने जीवन को जो सफला करना है तो अपने शरीर नूं तू धरती बना। क्योंकि शरीर नूं जे धरती बनाएगा तो धरती विच जो बीजा जाता है, चंगा जा मंदा, प्राप्त उही हुंदा है। जो बोवा है सो खात, जेहा बीजा सो लोना है, कर्मा संदरा खेत। ते सतगुरु पातशाह महाराज बचन करते हैं कि इस अपने तन नूं तू धरती बना, अते इहदे विच चंगे कर्मां दा जो बीज है वह पा। इस तन नूं धरती बना के चंगे कर्मां दा बीज पा, अते पानी किहड़ा देना है? उस वाहिगुरू प्रभु परमात्मा दे नाम दा पानी देना है। ते सतगुरु पातशाह महाराज बचन करते हैं कि जे इस तरह करेगा ना, तू अपने तन नूं धरती बना लवेगा
ਅਤੇ ਇਹਦੇ ਵਿੱਚ ਚੰਗੇ ਕਰਮਾਂ ਦਾ ਤੂੰ ਬੀਜ ਬੀਜੇਗਾ, ਕਿਉਂਕਿ ਜਿਹਾ ਬੀਜ ਬੀਜੇਗਾ ਫਲ ਉਸੇ ਤਰ੍ਹਾਂ ਦਾ ਆਏਗਾ ਨਾ। ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ, ਭਗਤ ਸਾਹਿਬਾਨ ਨੇ ਪਾਵਨ ਬਾਣੀ ਦੇ ਵਿੱਚ ਸਮਝਾ ਦਿੱਤਾ ਹੈ, ਫਰੀਦਾ ਮੰਗੈ ਦਾਖ ਬਿਓਰੀਆਂ, ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏ ਦਾ, ਪੈਂਦਾ ਲੋੜੈ ਪੱਟ। ਕਿ ਤੂੰ ਕਿੱਕਰਾਂ ਬੀਜ ਕੇ, ਕੰਡੇ ਬੀਜ ਕੇ ਤੂੰ ਦਾਖਾਂ ਦੀ ਆਸ ਕਰੀ ਜਾਵੇਂ, ਕਿਵੇਂ ਹੋ ਸਕਦਾ ਹੈ? ਬੀਜੇ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਤੂੰ ਜ਼ਹਿਰ ਬੀਜੀ ਜਾਵੇਂ ਤੇ ਅੰਮ੍ਰਿਤ ਦੀ ਆਸ ਕਰੀ ਜਾਵੇਂ, ਕਿੱਕਰਾਂ ਬੀਜ ਕੇ, ਕੰਡੇ ਬੀਜ ਕੇ ਅਤੇ ਤੂੰ ਦਾਖਾਂ ਦੀ ਸੌਗੀ ਦੀ ਆਸ ਕਰੀ ਜਾਵੇਂ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਸੋ ਸਤਿਗੁਰੂ ਜੀ ਸਮਝਾ ਰਹੇ ਹੈ ਕਿ ਇਸ ਸਰੀਰ ਰੂਪੀ ਧਰਤੀ ਦੇ ਵਿੱਚ ਚੰਗੇ ਕਰਮਾਂ ਦਾ, ਸ਼ੁਭ ਕਰਮਾਂ ਦਾ ਜੋ ਬੀਜ ਹੈ ਉਹ ਬੀਜ, ਅਤੇ ਸੋ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਨਾਮ ਦਾ ਪਾਣੀ ਸ਼ੁਭ ਕਰਮਾਂ ਦੇ ਬੀਜ ਨੂੰ ਲਾ। ਇਹ ਗੱਲ ਮੇਰੇ ਹੋਰ ਧਿਆਨ ਵਿੱਚ ਆਈ ਹੈ। ਧਰਮ ਕੀ ਹੈ? ਧਰਮ ਦੀ ਜੋ ਡੈਫੀਨੇਸ਼ਨ ਹੈ ਨਾ, ਜੋ ਮੇਰੇ ਧਿਆਨ ਵਿੱਚ ਆਈ ਹੈ, ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹੈ, ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਧਰਮ ਕੀ ਹੈ? ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ, ਇਹ ਅੱਧਾ ਧਰਮ ਹੈ। ਜਾਂ ਇਹ ਕਹਿ ਲਈਏ ਕਿ ਧਰਮ ਦਾ ਇੱਕ ਪੱਖ ਹੈ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ, ਇਸ ਜ਼ਬਾਨ ਦੇ ਨਾਲ, ਹਿਰਦੇ ਦੇ ਨਾਲ, ਇਹ ਇੱਕ ਪੱਖ ਹੈ। ਪਰ ਦੂਸਰਾ ਧਰਮ ਦਾ ਪੱਖ ਕੀ ਹੈ? ਜੀਵਨ ਦੇ ਵਿੱਚ ਚੰਗੇ ਕਰਮ ਕਰਨੇ, ਨਿਰਮਲ ਕਰਮ ਕਰਨੇ। ਬਸ ਇੱਥੇ ਹੀ ਇਨਸਾਨ ਥਿਰਕ ਜਾਂਦਾ ਹੈ। ਮਨੁੱਖ ਸਵੇਰੇ ਉੱਠ ਕੇ ਰੱਬ ਦਾ ਨਾਮ ਜਪਦਾ ਹੈ, ਸ਼ਾਮ ਨੂੰ ਰੱਬ ਦਾ ਨਾਮ ਜਪਦਾ ਹੈ, ਸਵੇਰੇ ਬਾਣੀ ਪੜ੍ਹਦਾ ਹੈ, ਸ਼ਾਮ ਨੂੰ ਬਾਣੀ ਪੜ੍ਹਦਾ ਹੈ, ਪਤਾ ਨਹੀਂ ਕਿੰਨੇ ਕੁ ਵਾਰੀ ਗੁਰੂ ਘਰ ਵੀ ਆ ਜਾਂਦਾ ਹੈ। ਹੁਣ ਇਹ ਧਰਮ ਦਾ ਇੱਕ ਪੱਖ ਹੈ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ ਕਿ ਧਰਮ ਦਾ ਦੂਜਾ ਪੱਖ ਵੀ ਨਾਲ ਪੂਰਾ ਕਰਨਾ, ਭਾਵ ਕਿ ਤੇਰੀ ਕਿਰਤ ਵਿੱਚ ਤੇਰੇ ਕਰਮ ਚੰਗੇ ਹੋਣ, ਤੂੰ ਕਿਰਤ ਵਿੱਚ ਇਮਾਨਦਾਰੀ ਵਰਤੇ, ਸੰਸਾਰ ਵਿੱਚ ਵਿਚਰਦਿਆਂ ਤੇਰਾ ਜੀਵਨ ਸੁਚੱਜਾ ਹੋਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੀਵਨ ਨੂੰ ਸੁਚੱਜਾ ਕਰਨ ਵਾਸਤੇ ਇਸੇ ਵਾਸਤੇ ਇੱਕ ਬਚਨ ਕੀਤਾ ਹੈ ਕਿ ਸੱਤੀ ਪੈਰੀ ਸਤ ਭਲਾ, ਬਈਐ ਪੜਿਆ ਪਾਸ, ਉਥੈ ਪਾਪ ਪੁੰਨ ਵਿਚਾਰੀਐ, ਕੂੜਾ ਘਟੈ ਰਾਸ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ 7 ਪਹਿਰ ਕਿਉਂ ਕਿਹਾ, ਜਦੋਂ ਕਿ 8 ਪਹਿਰ ਹੈ ਨਾ। 24 ਘੰਟਿਆਂ ਵਿੱਚ 8 ਪਹਿਰ ਬਣਦੇ, 3 ਘੰਟੇ ਦਾ ਇੱਕ ਪਹਿਰ ਹੋਇਆ ਕਰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਤੇ 7 ਪਹਿਰ ਵਰਤੇ ਹੈ ਕਿ ਹੇ ਭਾਈ, 7 ਪਹਿਰਾਂ ਦੇ ਵਿੱਚ ਤੂੰ ਚੰਗੇ ਆਦਮੀਆਂ ਦੇ ਕੋਲੇ, ਭਲੇ ਪੁਰਸ਼ਾਂ ਦੇ ਕੋਲੇ ਬੈਠ। ਇੱਕ ਪਹਿਰ ਦਾ ਜ਼ਿਕਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਉਂ ਨਹੀਂ ਕੀਤਾ, ਜੋ ਮੈਨੂੰ ਸਮਝ ਲੱਗੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਉਣਾ ਇਹ ਚਾਹੁੰਦੇ ਹੈ ਕਿ ਇੱਕ ਪਹਿਰ ਤੂੰ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੇ ਲੇਖੇ ਲਾਉਣਾ ਹੈ, ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ, ਸੇਵਾ ਸਿਮਰਨ ਕਰਨਾ ਹੈ, ਇੱਕ ਪਹਿਰ। ਪਰ ਬਾਕੀ ਦੇ ਜਿਹੜੇ 7 ਪਹਿਰ ਬਚ ਗਏ ਹੈ ਨਾ, ਹੁਣ ਇੱਕ ਪਹਿਰ ਤੂੰ ਨਾਮ ਜਪ ਲਿਆ, ਸੇਵਾ ਸਿਮਰਨ ਕਰ ਲਿਆ, ਪਰ ਬਾਕੀ ਦੇ 7 ਪਹਿਰ ਜੇ ਤੂੰ ਮਾੜੇ ਪਾਸੇ ਜਾਏਗਾ ਨਾ, ਤਾਂ ਇੱਕ ਪਹਿਰ ਦਾ ਜਪਿਆ ਹੋਇਆ ਨਾਮ 7 ਪਹਿਰਾਂ ਨੂੰ, 7 ਪਹਿਰ ਉਹਨਾਂ ਵਿੱਚ ਜੋ ਕਮਾਈ ਕਰੇਗਾ ਉਹ ਤੇਰੇ ਜੀਵਨ ਦਾ ਬੈਲੈਂਸ ਵਿਗਾੜ ਦੇਣਗੇ। ਇਸ ਕਰਕੇ ਜਿੱਥੇ ਤੂੰ ਰੱਬ ਦਾ ਨਾਮ ਜਪਣਾ ਇੱਕ ਪਹਿਰ, ਪਰਮਾਤਮਾ ਦੇ ਲੇਖੇ ਲਾਉਣਾ ਇੱਕ ਪਹਿਰ, ਬਾਕੀ 7 ਪਹਿਰਾਂ ਦਾ ਵੀ ਖਿਆਲ ਰੱਖ ਕਿ ਬਾਕੀ ਦੇ 7 ਪਹਿਰ ਵੀ ਤੇਰੇ ਸਫਲੇ ਹੋ ਜਾਣ। ਇਸ ਕਰਕੇ ਸਤਿਪੁਰਖਾਂ ਦੀ, ਚੰਗੇ ਪੁਰਖਾਂ ਦੀ ਸੰਗਤ ਕਰ। ਸੰਗਤ ਦੀ ਗੱਲ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵਾਰ-ਵਾਰ ਕੀਤੀ ਹੈ, ਕਿਉਂਕਿ ਸੰਗਤ ਹੀ ਮਨੁੱਖੀ ਜੀਵਨ ਨੂੰ ਸਵਾਰਦੀ ਹੈ ਅਤੇ ਸੰਗਤ ਹੀ ਮਨੁੱਖੀ ਜੀਵਨ ਨੂੰ ਵਿਗਾੜਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਪਵਿੱਤਰ ਬਚਨ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ, ਕਾਹੂ ਕੀ ਸੰਗਤ ਜੰਮਪੁਰ ਲੈ ਜਾਤ ਹੈ। ਕਿਸੇ ਦੀ ਸੰਗਤ ਦੇ ਨਾਲ ਜੀਵਨ ਸਫਲਾ ਹੋ ਜਾਂਦਾ ਹੈ ਅਤੇ ਕਿਸੇ ਦੀ ਸੰਗਤ ਨਰਕਾਂ ਵਾਲੇ ਪਾਸੇ ਲੈ ਜਾਂਦੀ ਹੈ। ਸੰਗਤ ਦੀ ਮਹਾਨਤਾ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਵਾਰ-ਵਾਰ ਦ੍ਰਿੜ ਕਰਾਉਂਦੇ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਮਝਾ ਰਹੇ ਹੈ ਕਿ ਇਸ ਤਨ ਨੂੰ ਤੂੰ ਧਰਤੀ ਕਰ, ਚੰਗੇ ਕਰਮਾਂ ਦਾ ਬੀਜ ਬੀਜ ਅਤੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਉਹਦੇ ਵਿੱਚ ਪਾਣੀ ਪਾ, ਅਤੇ ਇਸ ਤਰ੍ਹਾਂ ਮਨ ਕਿਰਸਾਨ ਹਰ ਹਿਰਦੈ ਜਮਾਏ ਲੈ। ਤੂੰ ਮਨ ਨੂੰ ਕਿਰਸਾਨ ਬਣਾ, ਮਨ ਤੇਰਾ ਕਿਰਸਾਨ ਬਣ ਜਾਵੇ, ਅਤੇ ਇਸ ਤਰ੍ਹਾਂ ਤੂੰ ਕੀ ਕਰੇਗਾ, ਫਿਰ ਤੇਰੇ ਨਾਲ ਕੀ ਹੋਏਗਾ?
ਜੇ ਇਹ ਤਨ ਤੇਰਾ ਧਰਤੀ ਹੋਏਗਾ, ਚੰਗੇ ਕਰਮਾਂ ਦਾ ਬੀਜ ਇਹਦੇ ਵਿੱਚ ਬੀਜੇਗਾ, ਪ੍ਰਭੂ ਪਰਮਾਤਮਾ ਦੇ ਨਾਮ ਦਾ ਪਾਣੀ ਪਾਏਗਾ। ਸੱਚ ਕੀ ਆਪਨੇ ਦੇ ਪਾਣੀ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਹੈ। ਫਿਰ ਤੇਰਾ ਇਹ ਜੀਵਨ ਤੂੰ ਪਰਮ ਪਦਵੀ ਤੱਕ ਪਹੁੰਚ ਸਕਦਾ ਹੈ, ਨਿਰਮਾਣ ਪਦ ਤੈਨੂੰ ਪ੍ਰਾਪਤ ਹੋ ਸਕਦਾ ਹੈ, ਤੇਰਾ ਜੀਵਨ ਮੁਕਤ ਹੋ ਸਕਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਤਿੰਨਾਂ ਬੰਦਾਂ ਦਾ ਇਹ ਜੋ ਪਾਵਨ ਸ਼ਬਦ ਉਚਾਰੇ ਹੈ, ਤਿੰਨਾਂ ਬੰਦਾਂ ਦੇ ਅਖੀਰ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹੋ ਗੱਲ ਸਮਝਾ ਦਿੱਤੀ ਹੈ। ਪਹਿਲੇ ਬੰਦ ਵਿੱਚ ਜਿੱਥੇ ਬਚਨ ਕੀਤਾ ਹੈ ਪਾਵਸ ਪਦ ਨਿਰਮਾਣੀ, ਕਿ ਨਿਰਮਾਣ ਪਦ ਪ੍ਰਾਪਤ ਹੋ ਜਾਏਗਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਅੱਗੇ ਇਹ ਦੂਜੇ ਬੰਦ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਸਮਝਾ ਰਹੇ ਹੈ ਕਿ ਤੇਰਾ ਹਿਰਦਾ ਰੂਪੀ ਕਵਲ ਖਿੜ ਜਾਏਗਾ। ਕਦੋਂ ਖਿੜੇਗਾ ਤੇਰਾ ਹਿਰਦਾ ਰੂਪੀ ਕਵਲ? ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਹੈ, ਬਿਖੈ ਬਿਕਾਰ ਦੁਸ਼ਟ ਕਿਰਖਾ ਕਰੇ। ਭਾਵ ਕਿ ਜਿਹੜੇ ਦੁਸ਼ਟ ਹੈ ਨਾ ਤੇਰੇ ਜੀਵਨ ਦੇ ਵਿੱਚ, ਪਾਪੀ ਹੈ। ਪਾਪੀ ਕੀ ਹੈ? ਤੇਰੇ ਕਰਮ, ਮਨੁੱਖ ਨਹੀਂ, ਤੇਰੇ ਕਰਮ ਹੀ ਪਾਪ ਕਰਨ ਵਾਲੇ ਹੈ। ਅਤੇ ਜਿਸ ਤਰ੍ਹਾਂ ਕਿਸਾਨ ਕਿਰਸਾਨੀ ਕਰਦਾ ਹੈ, ਕਿਸਾਨ ਖੇਤੀ ਕਰਦਾ ਹੈ, ਅਤੇ ਕਿਸਾਨ ਖੇਤੀ ਕਰਦਿਆਂ ਹੋਇਆਂ ਬਹੁਤ ਮਿਹਨਤ ਕਰਦਾ ਹੈ, ਅਤੇ ਕਿਸਾਨ ਖੇਤੀ ਕਰਦਿਆਂ ਇੱਕ ਕਾਰਜ ਜੋ ਮੁੱਖ ਤੌਰ ਤੇ ਇੱਥੇ ਜੋ ਸਤਿਗੁਰਾਂ ਨੇ ਬਚਨ ਕੀਤਾ ਹੈ ਕਿ ਜਿਵੇਂ ਕਿਸਾਨ ਖੇਤੀ ਕਰਦਿਆਂ ਹੋਇਆਂ ਉਹਦੀ ਖੇਤੀ ਦੇ ਵਿੱਚ ਜੋ ਉਹਨੇ ਬੂਟੇ ਲਾਏ ਨਹੀਂ ਹੈ, ਜੋ ਨਦੀਨ ਪੈਦਾ ਹੋ ਗਿਆ ਹੈ, ਜੋ ਉਹਦੀ ਜੋ ਫਸਲ ਤੋਂ ਵੱਖਰੇ ਪੌਦੇ ਪੈਦਾ ਹੋ ਗਏ ਹੈ, ਜੋ ਕੱਖ ਕੰਡਾ ਘਾਹ ਵਗੈਰਾ ਖੇਤੀ ਵਿੱਚ ਆ ਗਿਆ ਹੈ, ਉਹਨਾਂ ਨਦੀਨਾਂ ਨੂੰ ਕਿਸਾਨ ਆਪਣੇ ਖੇਤ ਵਿੱਚੋਂ ਪੁੱਟ ਕੇ ਬਾਹਰ ਸੁੱਟਦਾ ਹੈ। ਇਸੇ ਤਰ੍ਹਾਂ ਤੂੰ ਆਪਣੇ ਜੀਵਨ ਦੇ ਵਿੱਚ ਜੋ ਸ਼ੁਭ ਕਰਮ ਹੈ ਉਹਨਾਂ ਨੂੰ ਧਾਰਨ ਕਰੀ ਜਾ। ਚੰਗਾ ਕਰਮ ਕਿਤੋਂ ਮਿਲਦਾ ਹੈ? ਗੁਣ ਕਿਤੋਂ ਮਿਲਦਾ ਹੈ? ਸਾਂਝ ਕਰੀਜਾ ਹੈ ਗੁਣਾ ਕੇਰੀ। ਗੁਣ ਕਿਤੋਂ ਮਿਲਦਾ ਹੈ? ਗੁਣ ਨੂੰ ਗ੍ਰਹਿਣ ਕਰੀ ਜਾ। ਅਤੇ ਜਿਹੜਾ ਮਾੜਾ ਕਰਮ ਹੈ ਨਾ, ਜੋ ਨਦੀਨ ਰੂਪ ਹੈ, ਜਿਵੇਂ ਕਿਸਾਨ ਆਪਣੀ ਖੇਤੀ ਦੇ ਵਿੱਚੋਂ ਨਦੀਨਾਂ ਨੂੰ ਪੁੱਟ ਕੇ ਬਾਹਰ ਸੁੱਟਦਾ ਹੈ, ਇਸ ਤਰ੍ਹਾਂ ਤੂੰ ਆਪਣੇ ਜੀਵਨ ਦੇ ਵਿੱਚੋਂ ਮਾੜੇ ਕਰਮਾਂ ਨੂੰ ਪੁੱਟ ਕੇ ਬਾਹਰ ਸੁੱਟਦਾ ਰਹੋ। ਇਹਦੇ ਨਾਲ ਤੇਰਾ ਜੀਵਨ ਸਫਲਾ ਹੋਣਾ, ਤੇਰਾ ਹਿਰਦਾ ਰੂਪੀ ਕਵਲ ਖਿੜ ਜਾਣਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰ ਰਹੇ ਹੈ, ਬਿਖੈ ਬਿਕਾਰ ਦੁਸ਼ਟ ਕਿਰਖਾ ਕਰੇ, ਇਨ ਤਜ ਆਤਮੈ ਹੋਏ ਧਿਆਈ। ਕਿਉਂਕਿ ਆਤਮਾ ਦੇ ਨਾਲ ਧਿਆ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਨੂੰ। ਪਰ ਉਸ ਤੋਂ ਪਹਿਲਾਂ ਇਹ ਜਿਹੜੇ ਵਿਕਾਰ ਹੈ, ਨਦੀਨ ਹੈ, ਇੱਕ ਚੰਗਾ ਕਿਸਾਨ ਬਣ ਕੇ, ਕਿਉਂਕਿ ਸਰੀਰ ਤੇਰਾ ਧਰਤੀ ਹੈ ਤੇ ਤੇਰਾ ਮਨ ਕਿਸਾਨ ਹੈ, ਆਪਣੇ ਮਨ ਨੂੰ ਚੰਗਾ ਕਿਸਾਨ ਬਣਾ। ਅਤੇ ਕਿਉਂਕਿ ਜੇ ਕਿਸਾਨ ਠੀਕ ਨਾ ਹੋਏਗਾ, ਜਿਵੇਂ ਨਗਰ ਦਾ ਮੁਖੀ ਠੀਕ ਨਾ ਹੋਏਗਾ ਤਾਂ ਨਗਰ ਦਾ ਭਲਾ ਕਿਵੇਂ ਕਰੇਗਾ? ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਹੈ ਕਿ ਸਾਡਾ ਸਰੀਰ ਹੈ ਨਾ, ਇਹ ਸਾਡਾ ਸਰੀਰ ਮੰਨੋ ਇੱਕ ਨਗਰ ਹੈ, ਇੱਕ ਰਾਜ ਚੱਲ ਰਿਹਾ ਪੂਰਾ। ਪਰ ਸਾਡੇ ਸਰੀਰ ਰੂਪੀ ਨਗਰ ਦਾ, ਸਰੀਰ ਰੂਪੀ ਰਾਜ ਦਾ ਜੋ ਰਾਜਾ ਹੈ ਉਹ ਕੌਣ ਹੈ? ਉਹ ਮਨ ਹੈ। ਸਾਡੇ ਸਰੀਰ ਨੇ ਉਹ ਕਰਨਾ ਹੈ ਜੋ ਸਾਡੇ ਮਨ ਨੇ ਕਰਾਉਣਾ ਹੈ। ਸਾਡੇ ਸਰੀਰ ਨੇ ਉਹ ਕਰਨਾ ਜੋ ਮਨ ਨੇ ਕਰਾਉਣਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ, ਸਰੀਰ ਦਾ ਰਾਜਾ ਤਾਂ ਇਹ ਮਨ ਹੈ, ਪਰ ਮਨ ਦੇ ਜੇ ਮੰਤਰੀ ਹੈ ਨਾ, ਮਨ ਦੇ ਜੇ ਸਲਾਹਕਾਰ ਹੈ, ਉਹ ਸਾਰੇ ਦੇ ਸਾਰੇ ਖੋਟੇ ਹੈ, ਅਣਜਾਣ ਹੈ, ਧੋਖੇਬਾਜ਼ ਹੈ। ਤੇ ਇਸ ਅਣਜਾਣ ਮਨ ਨੇ, ਅਣਜਾਣ ਰਾਜੇ ਨੇ ਦੁਸ਼ਟਾਂ ਦੇ ਨਾਲ ਪਿਆਰ ਪਾਇਆ ਹੋਇਆ ਹੈ। ਪਾਵਨ ਪਵਿੱਤਰ ਪੰਕਤੀਆਂ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ। ਹੁਣ ਮਨ ਦੀ ਘਾਟ ਕਰਨੀ ਵੀ ਜ਼ਰੂਰੀ ਹੈ। ਮੈਂ ਸ਼ੁਰੂ ਚ ਅਰਜ਼ ਕੀਤੀ ਸੀ, ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਲਾਲੋ ਦਾ ਦਰਵਾਜ਼ਾ ਖੜਕਾਇਆ ਸੀ, ਇੱਕ ਚੰਗਾ ਇਨਸਾਨ ਸਮਝ ਕੇ ਕਿ ਸੱਚੀ ਸੁੱਚੀ ਕਿਰਤ ਕਰਨ ਵਾਲਾ ਭਾਈ ਲਾਲੋ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕੁੰਡਾ ਖੜਕਾਇਆ, ਦਰਵਾਜ਼ਾ ਖੜਕਾਇਆ। ਭਾਈ ਲਾਲੋ ਸਤਿਗੁਰੂ ਪਾਤਸ਼ਾਹ ਮਹਾਰਾਜ ਨਹੀਂ ਸੀ ਜਾਣਦੇ। ਦੇਖੋ, ਮਲਕ ਭਾਗੋ ਨੇ ਸੈਂਕੜੇ ਸੱਦੇ ਘੱਲੇ, ਕਿੰਨੇ ਆਦਮੀ ਘੱਲੇ, ਸਤਿਗੁਰੂ ਪਾਤਸ਼ਾਹ ਮਹਾਰਾਜ ਨਹੀਂ ਗਏ। ਬਹੁਤ ਵਾਰ ਸੁਨੇਹਾ ਘੱਲਿਆ, ਬਹੁਤ ਵਾਰ ਆਦਮੀ ਭੇਜੇ, ਪਰ ਨਹੀਂ ਗਏ। ਪਰ ਦੂਜੇ ਪਾਸੇ ਭਾਈ ਲਾਲੋ ਨੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਨਹੀਂ ਸੀ ਬੁਲਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਉਹਦਾ ਚੰਗਾ ਜੀਵਨ ਵੇਖ ਕੇ ਭਾਈ ਲਾਲੋ ਦਾ ਦਰਵਾਜ਼ਾ ਆਪ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਖੜਕਾਇਆ ਸੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਭਾਈ ਲਾਲੋ ਦਾ ਦਰਵਾਜ਼ਾ ਖੜਕਾਇਆ, ਆਪ ਚੰਗੇ ਕਰਮ ਵੇਖ ਕੇ, ਉੱਤਮ ਜੀਵਨ ਵੇਖ ਕੇ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, हे ਭਾਈ ਲਾਲੋ ਕੀ ਕਰ ਰਹੇ ਹੈ? ਤਾਂ ਭਾਈ ਲਾਲੋ ਨੇ ਕੀ ਕਿਹਾ ਸੀ? ਸਤਿਗੁਰੂ ਪਾਤਸ਼ਾਹ ਕੁਝ ਨਹੀਂ,
ਬਸ ਕਿੱਲੇ ਘੜ ਰਹੇ ਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹੇ ਭਾਈ ਲਾਲੋ, ਕਿੱਲੇ ਘੜਨਾ ਚੰਗੀ ਗੱਲ ਹੈ, ਕਿਰਤ ਕਰਨੀ ਚੰਗੀ ਗੱਲ ਹੈ, ਕਿ ਸਾਰੀ ਉਮਰ ਕਿੱਲੇ ਹੀ ਘੜਦਾ ਰਹੇਗਾ ਕਿ ਕਦੇ ਮਨ ਨੂੰ ਵੀ ਘੜੇਗਾ? ਜਿੱਥੇ ਕਿੱਲੇ ਘੜ ਰਹੇ ਨਾ ਉੱਥੇ ਮਨ ਨੂੰ ਘੜ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਖਿਆਲ ਦੇ ਦਿੱਤਾ, ਸਾਨੂੰ ਸਮਝਾ ਦਿੱਤਾ, ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ। ਇਹਨਾਂ ਦੀ ਘਾੜਤ ਘੜਨੀ ਹੈ, ਇਹਨਾਂ ਦੀ ਘਾੜਤ ਘੜਨੀ। ਜੋ ਸਾਡਾ ਅੰਤःਕਰਨ ਹੈ ਨਾ, ਇਹਦੇ ਵਿੱਚ ਇਹ ਚਾਰ ਚੀਜ਼ਾਂ ਇਹ ਜਦੋਂ ਬਰਾਬਰ ਚੱਲਣਗੀਆਂ, ਕਿਉਂਕਿ ਮਨੁੱਖ ਦਾ ਜੋ ਮਨ ਹੈ ਉਹ ਆਗੂ ਬਣਿਆ ਅੰਤःਕਰਨ ਦੇ ਵਿੱਚ, ਪਰ ਮਨ ਨੇ ਚੱਲਣਾ ਹੈ ਬੁੱਧੀ ਦੇ ਨਾਲ। ਬੁੱਧੀ ਜੋ ਬੁੱਧੀ ਕਹਿ ਰਹੀ ਹੈ ਬੁੱਧੀ ਦੇ ਮੁਤਾਬਕ। ਪਰ ਹੁੰਦਾ ਕੀ ਹੈ ਕਿ ਜਦੋਂ ਅੰਤःਕਰਨ ਦਾ ਸਾਰਾ ਤਾਣਾ ਬਾਣਾ ਵਿਗੜ ਜਾਂਦਾ ਹੈ, ਮਨ ਆਗੂ ਬਣ ਜਾਂਦਾ ਹੈ ਅਤੇ ਮਨ ਸੁਰਤ ਦੀ, ਮਨ ਬੁੱਧੀ ਦੀ ਪਰਵਾਹ ਨਹੀਂ ਕਰਦਾ, ਮਨ ਮਤ ਦੀ ਪਰਵਾਹ ਨਹੀਂ ਕਰਦਾ, ਮਨ ਆਗੂ ਹੋ ਜਾਂਦਾ ਹੈ, ਉਦੋਂ ਮਨ ਇਹ ਪਾਪ ਕਰਦਾ ਹੈ। ਤੇ ਜਦੋਂ ਇਹਨਾਂ ਦੀ ਘਾੜਤ ਘੜੀ ਜਾਂਦੀ ਹੈ ਚਾਰਾਂ ਦੀ, ਤਿੱਥੈ ਘੜੀ ਹੈ ਸੁਰਤ ਮਤ ਮਨ ਬੁੱਧ, ਇਹਨਾਂ ਚਾਰਾਂ ਦੀ ਜੋ ਘਾੜਤ ਘੜੀ ਜਾਂਦੀ ਹੈ ਤਾਂ ਆਤਮਾ ਸ਼ੁੱਧ ਹੋ ਜਾਂਦੀ ਹੈ, ਆਤਮਾ ਪਵਿੱਤਰ ਹੋ ਜਾਂਦੀ ਹੈ। ਸੋ ਅੱਗੇ ਵੱਲ ਚੱਲੀਏ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰ ਰਹੇ ਹੈ, ਜਪ ਤਪ ਸੰਜਮ ਹੋਏ ਜਬ ਰਾਖੇ। ਭਾਵੇਂ ਕਿ ਜਦੋਂ ਕਰਮ ਕਾਂਡਾਂ ਦੀ ਗੱਲ ਆਉਂਦੀ ਹੈ ਉਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਜਪ ਤਪ ਸੰਜਮ ਇਹਨਾਂ ਕਰਮਾਂ ਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਖੰਡਨ ਕਰਦੇ ਆ, ਕਿਉਂਕਿ ਇਹ ਜਪ ਨੂੰ ਤਪ ਨੂੰ ਸੰਜਮ ਨੂੰ ਅਸੀਂ ਧਰਮ ਨਹੀਂ ਸਮਝ ਲੈਣਾ। ਬਹੁਤ ਵਾਰ ਅਸੀਂ ਇਹਨਾਂ ਨੂੰ ਹੀ ਧਰਮ ਸਮਝ ਬੈਠਦੇ ਹਾਂ, ਪਰ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰ ਰਹੇ ਹੈ ਕਿ ਜਿਹੜੇ ਤੇਰੇ ਜਪ ਤਪ ਹੈ ਨਾ, ਉਹ ਤੇਰੇ ਧਰਮ ਦੀ ਰਖਵਾਲੀ ਕਰਨ, ਤੇਰੇ ਧਰਮ ਦੀ ਰੱਖਿਆ ਕਰਨ। ਇਹ ਜਪ ਇਹ ਤਪ, ਇਹ ਗੱਲ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਹੋਰ ਰਹਿਮਤ ਕੀਤੀ ਹੈ। ਜਪ ਤਪ ਪੁਰਾਣੇ ਸਮੇਂ ਤੋਂ ਚੱਲੇ ਆ ਰਹੇ ਸੀ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਜਪ ਦੀ ਜਗ੍ਹਾ ਤੇ ਸਾਨੂੰ ਕੀ ਦਿੱਤਾ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਪ ਦੀ ਜਗ੍ਹਾ ਤੇ ਸਾਨੂੰ ਸਿਮਰਨ ਦਿੱਤਾ ਹੈ, ਅਤੇ ਤਪ ਦੀ ਜਗ੍ਹਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਸੇਵਾ ਦਿੱਤੀ ਹੈ। ਸਿੱਖੀ ਦੇ ਦੋ ਬੜੇ ਵੱਡੇ ਥੰਮ ਹੈ, ਸੇਵਾ ਅਤੇ ਸਿਮਰਨ। ਜਪ ਤਪ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਹੁਤ ਜਗ੍ਹਾ ਤੇ ਖੰਡਨ ਕੀਤਾ ਹੈ, ਅਤੇ ਜਪ ਤਪ ਦੀ ਜਗ੍ਹਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੇਵਾ ਤੇ ਸਿਮਰਨ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਮਝਾਇਆ ਹੈ ਕਿ ਸਿਮਰਨ ਕਰਨਾ ਹੈ, ਬੰਦਗੀ ਕਰਨੀ ਹੈ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ, ਅਤੇ ਜੀਵਨ ਦੇ ਵਿੱਚ ਸੇਵਾ ਕਰਨੀ ਹੈ। ਅਤੇ ਸੰਜਮ ਭਾਵ ਕਿ ਰੋਕ ਕੇ ਰੱਖਣਾ ਆਪਣੇ ਮਨ ਨੂੰ ਬੁਰੇ ਕਰਮਾਂ ਤੋਂ। ਤੇ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਮਝਾ ਰਹੇ ਹੈ ਕਿ ਇਹ ਭਾਈ, ਜਦੋਂ ਤੇਰੇ ਜੀਵਨ ਦੇ ਰਖਵਾਲੇ ਜਿਨ੍ਹਾਂ ਨੂੰ ਤੂੰ ਧਰਮ ਸਮਝਦਾ ਹੈ, ਇਹ ਤੇਰੇ ਧਰਮ ਦੇ ਰਾਖੇ ਹੋ ਜਾਣ, ਇਹ ਧਰਮ ਨਹੀਂ ਹੈ। ਇਹ ਜਦੋਂ ਇਹ ਧਰਮ ਦੇ ਰਾਖੇ ਹੋ ਜਾਣਗੇ ਨਾ, ਤਾਂ ਤੇਰਾ ਹਿਰਦਾ ਰੂਪੀ ਕਮਲ ਖਿੜ ਉੱਠੇਗਾ। ਅਤੇ ਹਿਰਦਾ ਰੂਪੀ ਕਮਲ ਦਾ ਫੁੱਲ ਹੈ ਨਾ, ਜਿਵੇਂ ਬਹੁਤ ਸਾਰੇ ਫੁੱਲ ਹੈ, ਅਤੇ ਉਹਦੇ ਵਿੱਚ ਮਿਠਾਸ ਹੋਇਆ ਕਰਦੀ ਹੈ, ਉਹਦੇ 'ਚ ਮਕਰੰਦ ਹੋਇਆ ਕਰਦੇ। ਜਿੱਥੇ ਭੰਵਰੇ ਆਉਂਦੇ ਹੈ, ਸ਼ਹਿਦ ਦੀਆਂ ਮੱਖੀਆਂ ਆਉਂਦੀਆਂ, ਉਹਦੇ 'ਚੋਂ ਸ਼ਹਿਦ ਲੈ ਕੇ ਜਾਂਦੀਆਂ, ਉਹਦੇ 'ਚੋਂ ਮਕਰੰਦ ਲੈ ਕੇ ਜਾਂਦੀਆਂ, ਮਿਠਾਸ ਲੈ ਕੇ ਜਾਂਦੀਆਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ, ਫਿਰ ਤੇਰਾ ਇੱਕ ਹਿਰਦਾ ਰੂਪੀ ਕਵਲ ਖਿੜ ਜਾਏਗਾ, ਤੇ ਉਹਦੇ ਵਿੱਚੋਂ ਫਿਰ ਤੇਰਾ ਆਨੰਦ ਬਣਿਆ ਰਹੇਗਾ, ਰਸ ਤੈਨੂੰ ਆਉਂਦਾ ਰਹੇਗਾ। ਅਖੀਰ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ। 20 ਸਪਤਾਹਰੋ ਉਦਾਹਰਨ ਦਿੱਤੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ। 20 ਅਤੇ 7 27, ਜਿਵੇਂ ਆਪਾਂ ਗੱਲ ਕਹਿ ਦਿੰਦੇ ਹਾਂ ਨਾ ਕਿ ਇਹ ਗੱਲ 16 ਆਨੇ ਸੱਚੀ ਹੈ, ਜਾਂ 100% ਇਹ ਗੱਲ ਸਹੀ ਹੈ। ਉਦਾਹਰਨ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹੈ ਕਿ 20 ਸਪਤਾਹਰ ਭਾਵ ਕਿ 27 ਨਛੱਤਰ, ਭਾਵ ਕਿ ਸਦਾ ਹੀ ਤੂੰ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪ। 27 ਨਛੱਤਰਾਂ ਦੇ ਵਿੱਚ ਭਾਵ ਕਿ ਰੋਜ਼ਾਨਾ ਹੀ, ਅਤੇ ਤਿੰਨਾਂ ਅਵਸਥਾ ਦੇ ਵਿੱਚ, ਬਾਲ ਜਵਾਨੀ ਅਰ ਬਿਰਧਪੁਣ, ਬਾਲਪਣ ਜਵਾਨੀ ਅਤੇ ਬੁਢੇਪਾ, ਤਿੰਨਾਂ ਹੀ ਅਵਸਥਾ ਦੇ ਵਿੱਚ, ਅਤੇ ਰੋਜ਼ਾਨਾ ਹੀ 27 ਨਛੱਤਰਾਂ ਦੀ ਇੱਥੇ ਗੱਲ ਕੀਤੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ। 3 ਖੋੜਾ ਨਿਤ ਕਾਲ ਸਾਰਾ ਹੈ, ਪਰ ਇਹ ਸਾਰੇ ਸਮੇਂ ਭਾਵ ਕਿ ਰੋਜ਼ਾਨਾ ਹੀ ਜਿੱਥੇ ਤੂੰ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ, ਰੋਜ਼ਾਨਾ ਹੀ, ਅਤੇ ਤਿੰਨਾਂ ਅਵਸਥਾ ਦੇ ਵਿੱਚ, ਜਵਾਨੀ ਦੇ ਵਿੱਚ ਵੀ, ਬਾਲਪਨ ਦੇ ਵਿੱਚ ਵੀ, ਤੇ ਬੁਢੇਪੇ ਦੇ ਵਿੱਚ ਵੀ। ਪਰ ਹਮੇਸ਼ਾ ਹੀ ਮੌਤ ਨੂੰ ਚੇਤੇ ਰੱਖਣਾ ਹੈ, ਮੌਤ ਨੂੰ ਕਦੇ ਭੁਲਾਉਣਾ ਨਹੀਂ ਹੈ।
ਨਿਤ ਕਾਲ ਸਾਰਾ ਹੈ, ਕਾਲ ਨੂੰ ਹਮੇਸ਼ਾ ਚੇਤੇ ਕਰਨਾ ਹੈ। ਜਦੋਂ ਮਨੁੱਖ ਮੌਤ ਨੂੰ ਭੁੱਲ ਜਾਂਦਾ ਹੈ ਨਾ, ਆਪਣਾ ਅਖੀਰ ਮਨੁੱਖ ਭੁੱਲ ਜਾਂਦਾ ਹੈ, ਆਪਣਾ ਅੰਤ ਭੁੱਲ ਜਾਂਦਾ ਹੈ, ਉਦੋਂ ਮਨੁੱਖ ਪਾਪੀ ਹੋ ਜਾਂਦਾ ਹੈ। ਜਿੰਨੇ ਵੀ ਦੁਨੀਆ ਤੇ ਪਾਪੀ ਹੋਏ ਆ ਨਾ, ਉਹ ਆਪਣਾ ਅੰਤ ਭੁੱਲ ਗਏ ਹੈ। ਤੇ ਸਾਡੇ ਬਜ਼ੁਰਗ ਆਮ ਕਹਿੰਦੇ ਹੈ ਕਿ ਇਹ ਬੰਦਾ ਮੌਤ ਭੁੱਲ ਗਿਆ ਹੈ, ਇਹ ਆਪਣਾ ਮਰਨਾ ਭੁੱਲ ਗਿਆ ਹੈ। ਜਿਹੜਾ ਮਰਨਾ ਭੁੱਲ ਜਾਵੇ ਉਹ ਪਾਪੀ ਬਣ ਜਾਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਮਝਾ ਰਹੇ ਹੈ ਕਿ ਤੂੰ ਮੌਤ ਨੂੰ ਚੇਤੇ ਰੱਖ। ਬੇਸ਼ੱਕ ਅਸੀਂ ਇਹ ਗੱਲਾਂ ਸੁਣਨੀਆਂ ਨਹੀਂ ਚਾਹੁੰਦੇ ਬਾਬਾ, ਅਤੇ ਮੌਤ ਨੂੰ ਚੇਤੇ ਰੱਖਣ ਦੇ ਨਾਲ ਮੌਤ ਆਉਂਦੀ ਨਹੀਂ ਹੈ। ਮੌਤ ਨੇ ਤਾਂ ਆਪਣੇ ਸਮੇਂ ਨਾਲ ਆਉਣਾ ਹੈ। ਬਾਬਾ ਬੁੱਢਾ ਜੀ ਨੇ ਮੌਤ ਨੂੰ ਚੇਤੇ ਕੀਤਾ ਸੀ ਸਿਰਫ 13 ਸਾਲ ਦੀ ਉਮਰ ਦੇ ਵਿੱਚ, ਪਰ 112 ਸਾਲ ਉਸ ਤੋਂ ਬਾਅਦ ਉਹਨਾਂ ਨੇ ਸਿੱਖੀ ਨਿਭਾਈ ਹੈ। 125 ਸਾਲ ਦੀ ਉਮਰ ਹੋਈ ਉਹਨਾਂ ਦੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਅੱਗੇ ਸਮਝਾ ਰਹੇ ਹੈ, 10 18 ਅਪਰੰਪਰੋ ਚੀਨੈ, 10 4 ਤੇ 6 8 4 ਵੇਦ 6 ਸ਼ਾਸਤਰ ਤੇ 18 ਪੁਰਾਣ ਕਿ ਜੋ ਧਰਮ ਦੇ ਗ੍ਰੰਥ ਹੈ ਨਾ, ਇਹ ਤੈਨੂੰ ਸਮਝਾ ਰਿਹਾ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਇੱਕ ਜਗ੍ਹਾ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ, 4 ਪੁਕਾਰੈ ਨਾ ਤੂੰ ਮੰਨੈ, ਖਟ ਵੀ ਏਕਾ ਬਾਤ ਬਖਾਨੈ, 10 ਅਸ਼ਟੀ ਮਿਲ ਏਕੋ ਕਹਿਆ, ਤਾਂ ਵੀ ਜੋਗੀ ਭੇਦ ਨਾ ਲਾਇਆ। ਕਿ 4 ਵੇਦਾਂ ਨੇ ਤੈਨੂੰ ਕਿਹਾ, 6 ਸ਼ਾਸਤਰਾਂ ਨੇ ਕਿਹਾ, 18 ਪੁਰਾਣਾਂ ਨੇ ਕਿਹਾ, ਤੂੰ ਇੱਕ ਵੀ ਗੱਲ ਨਹੀਂ ਮੰਨੀ। ਉਹ ਗੱਲ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ ਸਮਝਾ ਰਹੇ ਹੈ ਕਿ ਇਹ ਭਾਈ 4 ਵੇਦਾਂ ਦੇ ਵਿੱਚ 6 ਸ਼ਾਸਤਰਾਂ ਨੂੰ, 18 ਪੁਰਾਣ ਹੈ, ਇਹਨਾਂ ਵਿੱਚ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਦਾ ਨਾਮ ਲੱਭ ਇਹਨਾਂ ਦੇ ਵਿੱਚੋਂ। ਇਹਦੇ ਨਾਲ ਹੀ ਨਾਨਕ ਏਵ ਏਕ ਤਾਰੈ, ਫੇਰ ਹੀ ਤੇਰੇ ਜੀਵਨ ਦਾ ਪਾਰ ਉਤਾਰਾ ਹੋਣਾ ਹੈ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਸ ਸ਼ਬਦ ਵਿੱਚ ਸਾਰੀਆਂ ਗੱਲਾਂ ਸਾਨੂੰ ਖੋਲ ਕੇ ਰੱਖ ਦਿੱਤੀਆਂ ਕਿ ਇਹ ਭਾਈ, ਇਸ ਸਰੀਰ ਨੂੰ ਤੂੰ ਆਪਣੀ ਧਰਤੀ ਬਣਾ ਲਾ, ਇਹਦੇ ਵਿੱਚ ਚੰਗੇ ਕਰਮਾਂ ਦਾ ਬੀਜ ਅਤੇ ਹੰਕਾਰ ਨਹੀਂ ਕਰਨਾ ਆਪਣੇ ਜੀਵਨ ਦੇ ਵਿੱਚ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨੂੰ ਆਪਣੇ ਵਸ ਵਿੱਚ ਕਰਨਾ ਹੈ। ਸਤ ਸੰਤੋਖ ਦਇਆ ਧਰਮ ਧੀਰਜ ਇਹ ਆਪਣੇ ਜੀਵਨ ਦੇ ਵਿੱਚ ਤੂੰ ਵਸਾ ਲੈਣੇ ਹੈ। ਇਸ ਤਰ੍ਹਾਂ ਜਦੋਂ ਤੇਰਾ ਜੀਵਨ ਬਣ ਜਾਏਗਾ ਨਾ, ਤਾਂ ਫਿਰ ਤੇਰੇ ਜੀਵਨ ਦਾ ਪਾਰ ਉਤਾਰਾ, ਫਿਰ ਤੇਰਾ ਜੀਵਨ ਸਫਲਾ ਹੋ ਜਾਏਗਾ। ਜਿਵੇਂ ਸਤਿਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਨਾ, ਕਿਰਤ ਕੰਮ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਅਖੀਰ ਤੇ ਸਮਝਾ ਦਿੱਤਾ 12 ਉਦਾਹਰਨਾਂ ਦੇ ਕੇ ਕਿ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਰਜ ਸਰੇ। ਫਿਰ ਤੇਰੇ ਜੀਵਨ ਦਾ ਕਾਰਜ ਰਾਸ ਹੋ ਜਾਏਗਾ, ਤੇਰਾ ਜੀਵਨ ਸਫਲਾ ਹੋ ਜਾਏਗਾ, ਤੇਰਾ ਜੀਵਨ ਸੁਹੇਲਾ ਹੋ ਜਾਏਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਹ ਪਵਿੱਤਰ ਬਚਨ, ਇਹਨਾਂ ਦੀ ਸਾਨੂੰ ਸਮਝ ਆ ਜਾਵੇ, ਸੋਝੀ ਆ ਜਾਵੇ। ਅਸੀਂ ਵੀ ਸਤਿਗੁਰਾਂ ਦੇ ਪਵਿੱਤਰ ਬਚਨਾਂ ਨੂੰ, ਪਵਿੱਤਰ ਬਾਣੀ ਨੂੰ ਆਪਣੇ ਹਿਰਦੇ ਵਿੱਚ, ਆਪਣੇ ਮਨ ਵਿੱਚ ਵਸਾ ਸਕੀਏ, ਧਰਮ ਨੂੰ ਕਮਾ ਸਕੀਏ। ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਦਾਤਾ ਸੰਗਤਾਂ ਬਖਸ਼ਯੋਗ, ਸੋ ਬਖਸ਼ ਲੈਣਾ ਜੀ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।